ਅਕਾਲ ਪੁਰਖ ਤੂੰ ਹੀ ਤੂੰ। ਜੋਤਪੁਰੀ ਧਰਮਰਾਜ ਦੀ ਕਚਹਿਰੀ ਹੈ। ਅਕਾਲ ਪੁਰਖ ਤੂੰ ਹੀ ਤੂੰ। ਸਲੇਮਪੁਰ ਨਗਰ ਤੋਂ ਈਸਰ ਸਿੰਘ 1960 ਈਸਵੀ ਨੂੰ 33 ਸਾਲ ਦੀ ਉਮਰ 'ਚ ਸਿਮਰਨ ਦੇ ਵਿੱਚ ਲੀਨ ਸੀ। ਮਹਾਰਾਜ ਨੇ ਦ੍ਰਿਸ਼ਟਾਂਤ ਦਿਖਾਇਆ। ਦੋ ਦੂਤ ਬੰਜਾਰੇ ਦੇ ਰੂਪ ਵਿੱਚ ਆਏ। ਉਹਨਾਂ ਆ ਕੇ ਈਸਰ ਸਿੰਘ ਨੂੰ ਕਿਹਾ, ਚੱਲ ਵੀ ਉੱਠ ਚੱਲੀਏ। ਉਹਨਾਂ ਦੋਵਾਂ ਨੇ ਮੈਨੂੰ ਆਪਣੇ ਵਿਚਕਾਰ ਤੋਰ ਲਿਆ। ਚਲਦੇ ਚਲਦੇ ਪਾਂਗੇਵਾਲ ਵੱਲੋਂ ਜੋਤਪੁਰੀ ਨੂੰ ਮੁੜੇ ਤਾਂ ਅੱਗੇ ਨਦੀ ਦਿਖਾਈ ਦਿੱਤੀ। ਉਹ ਬੰਜਾਰੇ ਕਹਿਣ ਲੱਗੇ, ਲੈ ਭਾਈ, ਆਪਣੇ ਬੱਚੇ ਨੂੰ ਆਵਾਜ਼ ਮਾਰ, ਉਹ ਤੈਨੂੰ ਨਦੀ ਤੋਂ ਪਾਰ ਕਰੇਗਾ। ਮੈਂ ਬੱਚਾ ਪਾਲਿਆ ਸੀ, ਮੈਂ ਉਸ ਨੂੰ ਹਰ ਰੋਜ਼ ਰੋਟੀ ਚਾਰਦਾ ਸੀ। ਦੇਖਦੇ ਹੀ ਦੇਖਦੇ ਉਹ ਬੱਚਾ ਸਾਹਮਣੇ ਆ ਗਿਆ। ਬਰਾਬਰ ਆ ਕੇ ਬੱਚਾ ਅੱਗੇ ਅੱਗੇ ਤੁਰ ਪਿਆ। ਜੋਤਪੁਰੀ ਦਰਵਾਜ਼ੇ ਰਾਹੀਂ ਅੰਦਰ ਆ ਗਏ। ਬੱਚਾ ਆਉਣ ਤੋਂ ਬਾਅਦ ਕੋਈ ਨਦੀ ਨਜ਼ਰ ਨਹੀਂ ਆਈ। ਦਰਵਾਜ਼ਾ ਵੜਦੇ ਹੀ ਉਹ ਬੰਜਾਰੇ ਅਲੋਪ ਹੋ ਗਏ। ਜਿਸ ਸਮੇਂ ਜੋਤਪੁਰੀ ਦਾ ਚੌਂਤਰਾ ਚੜ੍ਹਨ ਲੱਗੇ, ਬੱਚਾ ਵੀ ਅਲੋਪ ਹੋ ਗਿਆ। ਉਸ ਤੋਂ ਅੱਗੇ ਜੋ ਜੋਤਾਂ ਵਾਲੀ ਕੁਟੀਆ, ਮੈਂ ਉੱਥੇ ਪਹੁੰਚ ਗਿਆ। ਉੱਥੇ ਦੋ ਨਵੀਂ ਉਮਰ ਦੇ ਮੁੰਡੇ, ਜਿਨ੍ਹਾਂ ਦੇ ਚਿੱਟੇ ਚੋਲੇ ਅਤੇ ਸਿਰ 'ਤੇ ਖੱਟੇ ਪਰਨੇ ਬੰਨੇ ਸੀ, ਖੜੇ ਸਨ। ਉਹ ਮੇਰੇ ਸੱਜੇ ਖੱਬੇ ਹੋ ਗਏ। ਜਿਸ ਵਕਤ ਮੈਂ ਬੇਰੀ ਵੱਲ ਖੜੋ ਕੇ ਖਿੜਕੀ ਰਾਹੀਂ ਅੰਦਰ ਦੇਖਿਆ, ਮੈਨੂੰ ਇੱਕ ਮਹਾਤਮਾ ਨਜ਼ਰ ਆਏ, ਜਿਨ੍ਹਾਂ ਦੇ ਅੱਗੇ ਇੱਕ ਬਹੁਤ ਵੱਡਾ ਗ੍ਰੰਥ ਸੀ, ਜਿਸ ਦੇ ਅੱਖਰ ਵੀ ਵੱਡੇ ਵੱਡੇ ਸਨ। ਉਹਨਾਂ ਦੋਵਾਂ ਨੇ ਕਿਹਾ, ਲਓ ਜੀ, ਈਸਰ ਸਿੰਘ ਆ ਗਿਆ, ਇਸ ਦਾ ਲੇਖਾ ਜੋਖਾ ਦੇਖੋ। ਉਹਨਾਂ ਮਹਾਤਮਾ ਨੇ ਗ੍ਰੰਥ ਦਾ ਪੱਤਰਾ ਪਲਟਿਆ। ਦੱਸਿਆ ਕਿ ਇਸ ਦੇ ਇੱਕ ਛਟਾਂਕ ਪਾਪ ਵੱਧ ਗਏ ਹਨ। ਉਹਨਾਂ ਮਹਾਤਮਾ ਦੇ ਬਰਾਬਰ ਬੀਬੀ ਜੀ ਖੜੇ ਦੇਖ ਰਹੇ ਸਨ। ਉਹ ਚਿੱਤਰਗੁਪਤ ਨੇ ਕਿਹਾ, ਜੀ ਦੁਬਾਰਾ ਲੇਖਾ ਜੋਖਾ ਦੇਖੋ। ਫਿਰ ਮਹਾਤਮਾ ਨੇ ਕਿਹਾ, ਇੱਥੇ ਤਾਂ ਛਟਾਂਕ ਪਾਪ ਵੱਧ ਗਿਆ ਹੈ। ਫਿਰ ਦੁਬਾਰਾ ਚਿੱਤਰਗੁਪਤ ਨੇ ਕਾਪੀ ਕੱਢੀ। ਉਸਨੇ ਦੱਸਿਆ ਕਿ ਇਸ ਨੇ ਗੁਰੂ ਧਾਰਨਾ ਕਰੀ ਹੋਈ ਹੈ। ਇਹ ਗੁਰੂ ਦੇ ਦੱਸੇ ਹੋਏ ਸ਼ਬਦ ਦਾ ਪਾਠ ਕਰਦਾ ਹੈ, ਇਸ ਕਰਕੇ ਇਸ ਦਾ 1 ਤੋਲਾ ਪੁੰਨ ਵੱਧ ਗਿਆ ਹੈ। ਉਸਨੇ ਕੰਢੀ 'ਤੇ 10 ਗ੍ਰਾਮ ਦੀ ਬੱਟੀ ਪਾ ਕੇ ਪੁੰਨ ਪਾਪ ਤੋਲ ਕੇ ਦਿਖਾ ਦਿੱਤੇ। ਜੈਸਾ ਸੁਣੀਦਾ ਸਾਹਿਬ ਜੀ ਮੇਰਾ ਅੱਖੀਆਂ ਦੇ ਨਾਲ ਵੇਖ ਲਿਆ। ਪੁੰਨ ਪਾਪ ਦੀ ਜਿੰਦੜੀਏ ਤੇਰੇ ਤੱਕੜੀ 'ਚ ਤੋਲ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ ਤੱਕੜੀ 'ਚ ਤੋਲ ਜਾਣਗੇ। ਉਸੇ ਵਕਤ ਦੋਨੋਂ ਕੁਟੀਆਂ ਦੇ ਵਿਚਕਾਰ ਮਹਾਰਾਜ ਉੱਤਰਦੇਵ ਜੀ ਆ ਗਏ। ਉਹਨਾਂ ਕੁਟੀਆਂ ਦੇ ਵਿਚਕਾਰ 5 ਕਿਲੋ ਦਾ ਵੱਟਾ ਰੱਖ ਦਿੱਤਾ। ਬੋਲੇ, ਲੈ ਭਾਈ ਈਸਰ ਸਿੰਘ, ਇਹ ਪੰਸੇਰੀ ਫੇਰ ਕੇ ਦਿਖਾ। ਮੈਂ ਪੰਸੇਰੀ ਚੁੱਕ ਲਈ। ਮੇਰਾ ਸਰੀਰ ਥਕੇਵੇਂ ਕਰਕੇ ਆਕੜਿਆ ਪਿਆ ਸੀ। ਮੈਥੋਂ ਪੰਸੇਰੀ ਫੇਰੀ ਨਾ ਗਈ। ਮਹਾਰਾਜ ਜੀ ਬੋਲੇ, ਲਿਆ ਭਾਈ, ਅਸੀਂ ਫੇਰ ਕੇ ਦਿਖਾਈਏ। ਤੇਰੀ 33 ਸਾਲ ਦੀ ਉਮਰ ਹੈ, ਸਾਡੀ 60 ਸਾਲ ਦੀ ਉਮਰ ਹੈ। ਮਹਾਰਾਜ ਜੀ ਨੇ ਪੰਸੇਰੀ ਸਰੀਰ ਦੁਆਲੇ ਇਸ ਤਰ੍ਹਾਂ ਘੁਮਾ ਦਿੱਤੀ, ਜਿਸ ਤਰ੍ਹਾਂ ਮਲਟੀ ਫੇਰੀ ਦੀ ਹੈ। ਪੰਸੇਰੀ ਦੀ ਗੂੰਜ ਇਸ ਤਰ੍ਹਾਂ ਪੈ ਰਹੀ ਸੀ, ਜਿਵੇਂ ਕੋਈ ਜਹਾਜ਼ ਚੱਲਦਾ ਹੈ। ਥੋੜ੍ਹੀ ਦੇਰ ਬਾਅਦ ਪੰਸੇਰੀ ਰੱਖ ਦਿੱਤੀ। ਮੈਨੂੰ ਬੋਲੇ, ਸਤਸੰਗ ਕਰਕੇ ਤੇਰਾ 1 ਤੋਲਾ ਪੁੰਨ ਵੱਧ ਗਿਆ ਹੈ। ਜੇ ਛਟਾਂਕ ਪਾਪ ਵੱਧ ਜਾਂਦੇ ਤਾਂ ਤੈਨੂੰ ਇਹ ਸਦਾ ਲਈ ਫੇਰਨੀ ਪੈਂਦੀ। ਜਦੋਂ ਮੇਰੀਆਂ ਅੱਖਾਂ ਖੁੱਲ੍ਹੀਆਂ, ਅੱਖਾਂ ਦੇ ਸਾਹਮਣੇ ਉਹੀ ਨਜ਼ਾਰਾ ਚੱਕਰ ਕੱਟਣ ਲੱਗਿਆ। ਸੋਚਦਾ ਰਿਹਾ, ਇਹ ਬੀਬੀ ਜੀ ਅਤੇ ਮਹਾਂਪੁਰਸ਼ ਕੌਣ ਹੋਏ ਅਤੇ ਜਗ੍ਹਾ ਕਿਹੜੀ ਹੋਈ ਜੋ ਮੈਨੂੰ ਦਿਖਾਈ ਹੈ। ਇਸ ਸਮੇਂ ਮਹਾਰਾਜ ਜੀ ਨੇ ਇੰਨਾ ਬਾਜਵੇ ਖੀਰ ਦਾ ਭੰਡਾਰਾ ਕਰਿਆ ਸੀ। ਉਸ ਸਮੇਂ ਮੈਂ ਦੁੱਧ ਲੈ ਕੇ ਇੰਨੇ ਬਾਜਵੇ ਗਿਆ ਸੀ। ਜਦੋਂ ਮੈਂ ਮਹਾਰਾਜ ਜੀ ਦੇ ਦਰਸ਼ਨ ਕਰੇ, ਉਸੇ ਵਕਤ ਮੇਰੀਆਂ ਅੱਖਾਂ ਦੇ ਸਾਹਮਣੇ ਉਹੀ ਦ੍ਰਿਸ਼ਟਾਂਤ ਆ ਗਿਆ ਜੋ ਮੇਰੇ ਨਾਲ ਬੀਤਿਆ ਸੀ। ਸੰਤਾਂ ਨੇ ਮੇਰੇ ਸਾਹਮਣੇ ਘੁਮਾਉਣ ਵਾਸਤੇ ਪੰਸੇਰੀ ਰੱਖੀ ਸੀ। ਧਰਮਰਾਜ ਦੀ ਕਚਹਿਰੀ ਵਿੱਚ ਜੀਵਾਂ ਦੇ ਮਾੜੇ ਚੰਗੇ ਕਰਮ ਇਹੋ ਹੀ ਭੁਗਤਾਉਂਦੇ ਹਨ। ਉਸ ਤੋਂ ਬਾਅਦ ਮੈਂ ਮਹਾਰਾਜ ਜੀ ਦਾ ਸਤਸੰਗ ਕਰਨ ਲੱਗ ਪਿਆ। ਜਦੋਂ 1975 ਵਿੱਚ ਮਹਾਰਾਜ ਜੀ ਨੇ ਜੋਤਪੁਰੀ 'ਤੇ ਭੰਡਾਰਾ ਕਰਿਆ ਸੀ, ਉਸ ਸਮੇਂ ਸਲੇਮਪੁਰ ਤੋਂ ਸੰਗਤ ਦੁੱਧ ਅਤੇ ਸੇਵੀਆਂ ਲੈ ਕੇ ਗਈ ਸੀ। ਮੈਂ ਸੰਗਤ ਦੇ ਨਾਲ ਸੀ। ਇਸ ਤੋਂ ਪਹਿਲਾਂ ਮੈਂ ਜੋਤਪੁਰੀ ਦੇ ਦਰਸ਼ਨ ਨਹੀਂ ਕਰੇ ਸੀ। ਜਦੋਂ ਅਸੀਂ ਜੋਤਪੁਰੀ ਅੰਦਰ ਪ੍ਰਵੇਸ਼ ਹੋਏ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਉਹੀ ਦਰਵਾਜ਼ਾ, ਉਹੀ ਚੌਂਤਰਾ, ਉਹੀ ਕੁਟੀਆ, ਜਿਸ ਵਿੱਚ ਮਹਾਤਮਾ ਗ੍ਰੰਥ ਪ੍ਰਕਾਸ਼ ਕਰੀ ਬੈਠੇ ਸੀ। ਜਦੋਂ ਅੱਗੇ ਮਹਾਰਾਜ ਜੀ ਦੀ ਹਜ਼ੂਰ ਵਿੱਚ ਪਹੁੰਚੇ, ਨਾਲ ਹੀ ਬੀਬੀ ਦੇ ਦਰਸ਼ਨ ਹੋਏ। ਦਰਸ਼ਨ ਕਰਨ ਸਾਰ ਜੋ ਦ੍ਰਿਸ਼ਟਾਂਤ ਦੇ ਵਿੱਚ ਮੈਨੂੰ ਜਗ੍ਹਾ ਦਿਖਾਈ ਸੀ, ਉਹ ਅੱਖਾਂ ਦੇ ਸਾਹਮਣੇ ਆ ਗਈ। ਮਨ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਕਰਮ ਅਨੁਸਾਰ ਜੀਵ ਦੇ ਜੋ ਲੇਖ ਲਿਖਦੇ ਸਨ, ਉਹੀ ਬੀਬੀ ਜੀ ਨੇ। ਬੀਬੀ ਜੀ ਦੇ ਸਿਰ 'ਤੇ ਵੈਸ਼ਾਹੀ ਬਦਾਂਗੀ ਰੰਗ ਦਾ ਪਰਨਾ। ਜਦੋਂ 4 ਦੀਵਾਰੀ ਦੇ ਨਾਲ ਆਏ ਤਾਂ ਮਨਾਲ ਦੀ ਤਰਫ ਉਹੀ ਗੇਟ ਜਿਸ ਰਾਹੀਂ ਵਾਪਸ ਗਿਆ ਸੀ। ਫਿਰ ਮੈਂ ਸੰਗਤ ਨੂੰ ਆਪ ਦੇ ਨਾਲ ਬੀਤਿਆ ਸਾਰਾ ਹਾਲ ਸੁਣਾਇਆ ਕਿ ਸੰਗਤ ਕੋਈ ਭੁਲੇਖੇ ਵਿੱਚ ਨਾ ਰਹੇ। ਮੈਨੂੰ ਤਾਂ ਮਾਲਕ ਨੇ ਇਹੋ ਦਿਖਾਇਆ ਹੈ, ਮੈਂ ਤਾਂ ਆਪਣੀ ਅੱਖੀਂ ਦੇਖ ਲਿਆ ਹੈ। ਜੋਤਪੁਰੀ ਹੀ ਅਸਲੀ ਕਚਹਿਰੀ ਹੈ, ਜਿੱਥੇ ਜੀਵਾਂ ਦੇ ਕਰਮ ਲਿਖੇ ਜਾਂਦੇ ਹਨ ਅਤੇ ਭੁਗਤਾਏ ਜਾਂਦੇ ਹਨ। ਹਰ ਇੱਕ ਜੀਵ ਦਾ ਲੇਖਾ ਜੋਖਾ ਇੱਥੇ ਹੀ ਹੁੰਦਾ ਹੈ। ਬੀਬੀ ਜੀ ਕਰਮ ਅਨੁਸਾਰ ਜੀਵ ਦੇ ਲੇਖ ਲਿਖਦੇ ਹਨ। ਸਵਾਮੀ ਉੱਤਰਦੇਵ ਜੀ ਭੁਗਤਾਉਂਦੇ ਹਨ। ਰੱਬੀ ਉਰਫ ਉੱਤਰਦੇਵ ਮਹਾਰਾਜ ਜੀ ਦਾ ਜੋਤਸ਼ੀ ਨੂੰ ਰੱਬ ਰੂਪ ਦਿਖਣਾ। ਜੋਤਸ਼ੀ ਧੰਨ ਧੰਨ ਕਰ ਉੱਠਿਆ, ਅਕਾਲ ਪੁਰਖ ਤੋਂ ਹੀ ਤੋਂ। ਇੱਕ ਦਿਨ ਮਹਾਰਾਜ ਜੀ ਕਠਾਲੇ ਪਿੰਡ ਦੇ ਕੋਲ ਰਸਤੇ 'ਤੇ ਹੀ ਲੱਤ 'ਤੇ ਲੱਤ ਰੱਖ ਕੇ ਪਏ ਸਨ। ਉਸੇ ਰਸਤੇ ਚੱਲਦਾ ਚੱਲਦਾ ਜੋਤਸ਼ੀ ਆ ਗਿਆ, ਜਿਸ ਜਗ੍ਹਾ ਮਹਾਰਾਜ ਜੀ ਪਏ ਸਨ। ਉਸੇ ਜਗ੍ਹਾ ਜੋਤਸ਼ੀ ਵੀ ਆਰਾਮ ਕਰਨ ਲੱਗਿਆ। ਮਹਾਰਾਜ ਜੀ ਦੇ ਚਰਨਾਂ ਵੱਲ ਅਤੇ ਹੱਥਾਂ ਵੱਲ ਪਦਮ ਦੇਖ ਕੇ ਕਹਿਣ ਲੱਗਿਆ,
ਬੱਲੇ ਬੱਲੇ, ਆ ਤਾਂ ਕੋਈ ਔਲੀਆ ਪਿਆ ਹੈ। ਦੂਸਰੀ ਦਫਾ ਕਿਹਾ, ਇਹ ਤਾਂ ਕੋਈ ਸਮੇਂ ਦਾ ਅਵਤਾਰ ਲੱਗਦਾ ਹੈ। ਮਹਾਰਾਜ ਜੀ ਨੇ ਹੱਥਾਂ ਤੇ ਚਰਨਾਂ ਵਿੱਚ ਪਦਮ ਸੀ। ਮਹਾਰਾਜ ਜੀ ਪੰਡਤ ਦੀ ਆਵਾਜ਼ ਸੁਣ ਕੇ ਉੱਠ ਕੇ ਬੈਠ ਗਏ। ਜੋਤਸ਼ੀ ਪਾਸ ਆ ਗਿਆ, ਉਸ ਨੂੰ ਬਚਨ ਕਰਿਆ, ਦੇਖਿਓ ਪੰਡਤ ਜੀ, ਇਹ ਗੱਲ ਇੱਥੇ ਹੀ ਰੱਖਿਓ। ਇਹ ਸਮਾਂ ਪ੍ਰਗਟ ਹੋਣ ਦਾ ਨਹੀਂ। ਜੇ ਦੁਨੀਆ ਨੂੰ ਪਤਾ ਲੱਗ ਜਾਵੇ ਇਸ ਜਗ੍ਹਾ 'ਤੇ ਸੋਨਾ ਹੈ ਤਾਂ ਦੁਨੀਆ ਨੇ ਸੋਨਾ ਤੱਕ ਹੀ ਛੱਡਣਾ ਹੈ, ਧਰਤੀ ਵੀ ਪੱਟ ਕੇ ਖਾ ਜਾਣਗੇ। ਅਸੀਂ ਲੁੱਕ ਕੇ ਰਹਿੰਦੇ ਹਾਂ, ਦੇਖੀ ਅੱਗੇ ਕਿਸੇ ਪਾਸ ਗੱਲ ਨਾ ਕਰੀ। ਇਤਨਾ ਬਚਨ ਪੰਡਤ ਜੀ ਨੂੰ ਕਹਿ ਕੇ ਉਸ ਜਗ੍ਹਾ ਤੋਂ ਅੱਗੇ ਚੱਲ ਪਏ। ਮਹਾਰਾਜ ਜੀ ਦੀਆਂ ਬਾਹਾਂ ਗੋਡਿਆਂ ਤੋਂ ਹੇਠਾਂ ਤੱਕ ਲੰਮੀਆਂ ਦੇਖ ਕੇ ਕਿਹਾ, ਇਹ ਤਾਂ ਸਮੇਂ ਦੇ ਅਵਤਾਰ ਹਨ। ਜੋਤਸ਼ੀ ਨੇ ਬੇਨਤੀ ਕਰੀ, ਰੱਬੀ ਰੂਪ ਜੀ, ਸਾਡੇ ਵਿੱਚ ਇੰਨੀ ਤਾਕਤ ਕਿੱਥੇ ਹੈ ਜੋ ਗੱਲ ਨੂੰ ਜਰ ਜਾਈਏ। ਆਪ ਐਡੀ ਵੱਡੀ ਤਾਕਤ ਦੇ ਮਾਲਕ ਹੋ ਕਿ ਛਪਾਉਂਦੇ ਫਿਰਦੇ ਹੋ। ਅਸੀਂ ਤਾਂ ਆਪ ਇੰਨੀ ਵੱਡੀ ਤਾਕਤ ਦੇ ਦਰਸ਼ਨ ਪਹਿਲੀ ਵਾਰ ਕਰੇ ਹਨ। ਇਹ ਵਚਨ ਬੀਬੀ ਜੀ ਨੂੰ ਮਹਾਰਾਜ ਜੀ ਨੇ ਆਪ ਸੁਣਾਏ ਸਨ। ਰੱਬੀ ਜੋਤ ਉਤਰਦੇਵ ਜੀ ਮਹਾਰਾਜ ਜੋਤਪੁਰੀ ਸੰਤ ਮਹਾਰਾਜ ਉਤਰਦੇਵ ਜੀ ਨੇ ਬਿਨਾਂ ਕੁਝ ਖਾਧੇ ਚਾਲੀਸਾ ਕਰਨਾ। ਸਵਾਮੀ ਉਤਰਦੇਵ ਜੀ ਨੇ ਜੋਤਪੁਰੀ ਦੇ ਲਾਗੇ ਟਿੱਬੇ ਉੱਪਰ ਬੈਠ ਕੇ ਦਿਨ ਰਾਤ ਅਡੋਲ ਸਮਾਧੀ ਲਗਾ ਕੇ 40 ਦਿਨ ਤਪੱਸਿਆ ਕੀਤੀ। 40ਵੇਂ ਦਿਨ ਸੇਵਾਦਾਰ ਦਲੀਪ ਸਿੰਘ ਨੂੰ ਆਵਾਜ਼ ਪਈ ਕਿ ਉਹ ਜਲ ਲੈ ਕੇ ਮਹਾਂਪੁਰਸ਼ਾਂ ਦਾ ਇਸ਼ਨਾਨ ਕਰਾਵੇ, ਜਗ੍ਹਾ ਨੂੰ ਪ੍ਰਗਟ ਕਰਨ ਅਤੇ ਨਾਮ ਜੋਤਪੁਰੀ ਰੱਖਣਾ। ਸੰਨ 1940। ਸਵਾਮੀ ਜੀ ਖੂਹੀ 'ਤੇ ਇਸ਼ਨਾਨ ਕਰਨ ਲੱਗੇ। ਅਕਾਲ ਪੁਰਖ ਸਾਧੂ ਦਾ ਭੇਸ ਧਾਰ ਕੇ ਆਪ ਪ੍ਰਗਟ ਹੋਏ। ਮਹਾਰਾਜ ਜੀ ਦਾ ਇਸ਼ਨਾਨ ਆਪ ਕਰਵਾਇਆ, ਨਵੇਂ ਵਸਤਰ ਪਹਿਨਾ ਦਿੱਤੇ। ਫਿਰ ਵਚਨ ਕਰਿਆ, ਮਹਾਂਪੁਰਸ਼ੋ, ਕਿਉਂ ਲੁਕੇ ਫਿਰਦੇ ਹੋ? ਇਹ ਉਹੀ ਜਗ੍ਹਾ ਹੈ ਜਿੱਥੋਂ ਜੋਤਾਂ ਹੁਕਮ ਲੈ ਕੇ ਚੱਲਦੀਆਂ ਹਨ। ਇਸ ਨੂੰ ਆਬਾਦ ਕਰੋ। ਇਸ ਜਗ੍ਹਾ ਦਾ ਨਾਮ ਜੋਤਪੁਰੀ ਹੈ। ਧੰਨ ਧੰਨ ਅਕਾਲ ਪੁਰਖ ਜੀ ਨੇ ਧੰਨ ਧੰਨ ਉਤਰਦੇਵ ਜੀ ਦੀ ਜੋਤ ਨਾਲ ਜੋਤ ਮਿਲਾਈ, ਪ੍ਰਗਟ ਕੀਤੀ ਜੋਤਪੁਰੀ। ਮੱਸਿਆ ਭਰਨੀ। ਸੰਨ 1940 'ਚ ਸ਼ੁਰੂਆਤ ਹੋਈ, ਜਦੋਂ ਸੰਗਤਾਂ ਨੇ ਆ ਕੇ ਆਪਣੇ ਦਿਲ ਦੀਆਂ ਮੁਰਾਦਾਂ ਇਸ ਸਥਾਨ 'ਤੇ ਮੰਗੀਆਂ ਤੇ ਸੇਵਾ ਕਰਕੇ ਵਰ ਆਇਆ। ਦੁੱਖ ਭੰਜਨੀ। ਮਹਾਰਾਜ ਦੇ ਹੁਕਮ ਅਨੁਸਾਰ ਜੋ ਬੇਰੀ ਦਾ ਸੁੱਕਾ ਮੁੱਢ ਪਿਆ ਉਸ ਨੂੰ ਚੁੱਕ ਕੇ ਲਿਆਓ, ਟੋਆ ਪੁੱਟ ਕੇ ਟੋਏ ਵਿੱਚ ਖੜਾ ਕਰੋ, ਮਿੱਟੀ ਮੋੜ ਕੇ ਇਸ ਨੂੰ ਪਾਣੀ ਨਾਲ ਭਰ ਦਿਓ। ਇਸ ਦਾ ਨਾਮ ਦੁੱਖ ਭੰਜਨੀ ਬੇਰੀ ਹੈ। ਜਿਹੜਾ ਸ਼ਰਧਾ ਨਾਲ ਸੁੱਖ ਸੁੱਖੇਗਾ ਉਸ ਦੀ ਸੁੱਖ ਬਾਰ ਆਵੇਗੀ। ਸੰਗਤ ਅਚਰਜ ਹੋ ਰਹੀ ਸੀ, ਸੁੱਕਾ ਮੁੱਢ ਕਿਵੇਂ ਹਰਾ ਹੋਵੇਗਾ? ਥੋੜ੍ਹੇ ਦਿਨਾਂ ਬਾਅਦ ਹੀ ਕੈਲਾਂ ਫੁੱਟ ਆਈਆਂ, ਹਰਿਆ ਭਰਿਆ ਹੋ ਗਿਆ। ਸੰਗਤ ਧੰਨ ਧੰਨ ਕਰਨ ਲੱਗ ਪਈ। ਧੰਨ ਹੋ ਸਵਾਮੀ ਉਤਰਦੇਵ ਜੀ। ਜੋ ਵੀ ਜੋਤਪੁਰੀ ਸਥਾਨ 'ਤੇ ਸ਼ਰਧਾ ਅਨੁਸਾਰ ਹੁੰਦਾ ਹੈ ਉਸ ਦੀਆਂ ਸੇਵਾ ਕਰਕੇ ਮਨੋਭਾਵਨਾ ਪੂਰੀਆਂ ਹੋ ਜਾਂਦੀਆਂ ਹਨ। ਧੰਨ ਹੈ ਜੋਤਪੁਰੀ, ਜਿੱਥੇ ਮੋਹ ਮੰਗੀਆਂ ਮੁਰਾਦਾਂ ਹੋਣ ਪੂਰੀਆਂ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।